आपको ना रोना है मीडिया के सामने। मैं तो बिल्कुल भी नहीं जाना चाहती था। क्योंकि वो आपको आपके पापा के पास भेज देंगे। जो कुछ रूप आंटी ने किया मैंने लिखता था। उन्होंने ना मेरे को एक बार भी नहीं पूछा कि बेटा तुम कितने रहना चाहते हो। खुश हो तुम इतने? बहुत खुश है। हाँ जी, मैं बहुत खुश है इससे। मैं अपनी पापा डैडी को लगता ही होना चाहती हूँ। ਪਰਿਵਾਰ ਨਾਲ ਖੇਡ ਰਹੀ ਇਹ ਉਹੀ ਬੱਚੀ ਅਵਨੀਤ ਕੌਰ ਹੈ ਜਿਸ ਦਾ ਫੌਜੀ ਪਿਤਾ ਗੁਰਪ੍ਰੀਤ ਸਿੰਘ ਉਸ ਨੂੰ ਲੈਣ ਲਈ ਆਪਣੇ ਰਿਸ਼ਤੇਦਾਰਾਂ ਦੇ ਘਰ ਗਿਆ ਸੀ ਤੇ ਅਵਨੀਤ ਉਸ ਘਰ ਨੂੰ ਛੱਡ ਕੇ ਆਉਣ ਲਈ ਤਿਆਰ ਨਹੀਂ ਸੀ ਤੇ ਮੀਡੀਆ ਸਾਹਮਣੇ ਰੋ ਕੇ ਕਹਿ ਰਹੀ ਸੀ ਕਿ ਮੈਂ ਇੱਥੇ ਹੀ ਰਹਿਣਾ, ਮੈਂ ਨਹੀਂ ਜਾਣਾ ਆਪਣੇ ਪਿਤਾ ਨਾਲ। ਤੇ ਅੱਜ ਉਹੀ ਅਵਨੀਤ ਹੈ ਜੋ ਆਪਣੇ ਪਿਤਾ ਦੇ ਘਰ ਆਪਣੇ ਪਰਿਵਾਰ ਨਾਲ ਖੇਡ ਰਹੀ ਹੈ ਤੇ ਖੁਸ਼ ਹੈ। ਅਵਨੀਤ ਨੇ ਅੱਜ ਆਪਣੇ ਰਿਸ਼ਤੇਦਾਰਾਂ ਬਾਰੇ ਵੱਡੇ ਖੁਲਾਸੇ ਕੀਤੇ। ਅਵਨੀਤ ਦਾ ਕਹਿਣਾ ਹੈ ਕਿ ਉਸਦੇ ਰਿਸ਼ਤੇਦਾਰਾਂ ਨੇ ਉਸ ਨੂੰ ਮੀਡੀਆ ਸਾਹਮਣੇ ਰੋਣ ਲਈ ਅਤੇ ਉਸ ਘਰ ਨੂੰ ਛੱਡ ਕੇ ਨਾ ਜਾਣ ਲਈ ਜਿੱਦ ਕਰਨ ਲਈ ਕਿਹਾ ਸੀ। ਛੋਟੀ ਬੱਚੀ ਅਵਨੀਤ ਨੇ ਹੋਰ ਕੀ ਖੁਲਾਸੇ ਕੀਤੇ ਆ ਤੁਸੀਂ ਜਰਾ ਉਹ ਵੀ ਸੁਣ ਲਓ। माय नेम इज अवनीत कौर। वो मुझे मम्मा ने सिखाया था, राज मम्मा ने मुझे ना हरप्रीत अंकल ने सिखाया था कि आपको ना रोना है मीडिया के सामने, क्योंकि वो आपको आपके पापा के पास भेज देंगे। हाँ, और कहते थे कि ना वो तुम्हारे से बर्तन मंजवाएंगे, तुमको बहुत मारेंगे, ये कहते थे। तो वो जो कुछ रूप आंटी ने किया मैंने लिखता था। वो चाइल्ड केयर वो मैम क्या सी बिना असी तेरी मम्मा ने बुला रहे हैं। मैंने हमें क्या सी भी तेने हमें कहना भी मैंने अपनी मम्मा को ले जाना। मैं अपने दादू को, पापा को, चाचू चाची ते बुआ को। खुश हो तुम इतने? बहुत खुश हाँ। ਤੇ ਉਹਦੇ ਵਿੱਚ ਕਿੰਨੇ ਉਹਨਾਂ ਨੇ ਕਿਹਾ ਸੀਗਾ ਕਿੰਨਾ ਨੇ ਰੂਪ ਆਂਟੀ ਨੇ। ਹੋਰ ਤੁਹਾਨੂੰ ਕਿੰਨਾ ਕ ਉਰੇ ਕੇਅਰ ਕੀਤੀ ਜਾ ਰਹੀ ਤੁਹਾਡੀ? ਬਹੁਤ ਕੇਅਰ ਕੀਤੀ ਜਾ ਰਹੀ ਹੈ। ਬਹੁਤ। ਮੇਰੇ ਚਾਚੂ ਚਾਚੀ ਦਾਦੂ ਤੇ ਪਾਪਾ ਸਾਰੇ ਖੁਸ਼ ਰੱਖਦੇ ਆ? ਹਾਂਜੀ। ਕੀ ਕੁਝ ਦਵਾਇਆ ਸ਼ੋਪਿੰਗ? ਹਾਂਜੀ। ਕੀ ਕਰਦੇ? ਕੀ ਦਵਾਇਆ? ਡਰੈਸਿਸ ਸ਼ੂਜ਼। ਉਧਰ ਅਵਨੀਤ ਦੇ ਪਿਤਾ ਫੌਜੀ ਗੁਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਦੇ ਰਿਸ਼ਤੇਦਾਰਾਂ ਵੱਲੋਂ ਉਹਨਾਂ ਨੂੰ ਅੱਜ ਵੀ ਧਮਕੀਆਂ ਦਿੱਤੀਆਂ ਜਾਂਦੀਆਂ ਨੇ ਤੇ ਉਹਨਾਂ ਦੇ ਪਰਿਵਾਰ ਨੂੰ ਖਤਰਾ ਹੈ। ਨਾਲ ਹੀ ਗੁਰਪ੍ਰੀਤ ਸਿੰਘ ਨੇ ਮਾਨਯੋਗ ਹਾਈ ਕੋਰਟ ਨੂੰ ਉਹਨਾਂ ਦੇ ਹੱਕ 'ਚ ਬੱਚੀ ਦਾ ਫੈਸਲਾ ਸੁਣਾਉਣ ਤੇ ਧੰਨਵਾਦ ਵੀ ਕੀਤਾ। ਸੋ ਮੈਂ ਤੁਹਾਡਾ ਆਪਣਾ ਗੁਰਪ੍ਰੀਤ ਸਿੰਘ, ਜਿਵੇਂ ਕਿ ਤੁਸੀਂ ਪਿਛਲੇ ਕਈ ਦਿਨਾਂ ਤੋਂ ਦੇਖ ਰਹੇ ਹੋ ਕਿ ਮੇਰੀ ਬੇਟੀ ਤੋਂ ਕੀ ਕੁਝ ਬੁਲਾਇਆ ਜਾ ਰਿਹਾ ਹੈ, ਇਹ ਸਭ ਕੁਝ ਖਾਰਿਜ ਗੱਲਾਂ ਨੇ। ਮੈਂ ਤੁਹਾਨੂੰ ਦੱਸਦਾ ਆਪਣੀ ਸੱਚਾਈ ਕੀ ਹੈ। ਮੇਰਾ ਹੋ ਗਿਆ ਸੀਗਾ ਡਿਵੋਰਸ 2012 ਦੇ ਵਿੱਚ ਤੇ ਮੇਰੀ ਬੇਟੀ ਦਾ ਜਨਮ ਹੋਇਆ ਸੀ 11 ਦੇ ਵਿੱਚ ਤੇ ਉਸ ਤੋਂ ਬਾਅਦ ਦੇ ਵਿੱਚ ਅਸੀਂ ਮੇਰੀ ਬੇਟੀ ਪੜ੍ਹਨ ਲਗਾਈ ਸੀਗੀ ਉੱਥੇ ਲੇਡੀ ਫਾਤਮਾ ਸਕੂਲ ਬੁੱਢਨਪੁਰ ਦੇ ਵਿੱਚ। ਬਟ ਫਿਰ ਕਈ ਕਾਰਨਾਂ ਕਰਕੇ ਜਿਵੇਂ ਕਿ ਮੇਰੀ ਬੇਟੀ ਉਹ ਮੈਨੂੰ ਦੇਣ ਤੋਂ ਮਨਾ ਕਰਨ ਲੱਗ ਗਏ ਸੀਗੇ ਤੇ ਅਸੀਂ ਕੋਵਿਡ ਕਰਕੇ ਆਪਣੀ ਬੇਟੀ ਵਾਪਸ ਲਿਆ ਸੀਗੇ। ਸਕੂਲ ਦੀਆਂ ਆਨਲਾਈਨ ਕਲਾਸਿਸ ਚੱਲ ਰਹੀਆਂ ਸੀਗੀਆਂ ਤੇ ਆਨਲਾਈਨ ਕਲਾਸਿਸ ਅਸੀਂ ਘਰੇ ਹੀ ਲਗਵਾਉਂਦੇ ਸੀਗੇ। ਫਿਰ ਇਹਨਾਂ ਨੇ ਸਾਡੇ ਘਰੇ CWC ਪਟਿਆਲੇ, CWC ਸੰਗਰੂਰ ਵਾਲੇ ਭੇਜੇ ਤੇ ਉਹ ਵੀ ਕਾਉਂਸਲਿੰਗ ਕਰਕੇ ਲੈ ਕੇ ਗਏ ਬੇਟੀ ਦੀ। ਅਗਲੇ ਦਿਨ ਅਸੀਂ CWC ਪਟਿਆਲਾ ਦੇ ਕੋਲ ਗਏ। ਤਕਰੀਬਨ 5 ਜੂਨ ਦਾ ਟਾਈਮ ਸੀਗਾ। 5 ਜੂਨ ਨੂੰ ਅਸੀਂ ਗਏ ਸੀਗੇ ਤੇ ਉਹਨਾਂ ਨੇ ਮੇਰੀ ਬੇਟੀ ਬਿਨਾਂ ਕਿਸੇ ਸਾਨੂੰ ਇਨਫੋ ਕੀਤੇ ਛੁੱਟੀ ਵਾਲੇ ਦਿਨ ਪਹਿਲਾਂ ਤਾਂ ਇਹਨਾਂ ਨੇ ਆਫਿਸ ਖੁਲਵਾਇਆ ਸੀਗਾ ਉਹ ਤੇ ਫਿਰ ਮੈਨੂੰ ਬਿਨਾਂ ਇਨਫੋ ਦੱਸੇ ਮੇਰੀ ਬੇਟੀ ਉਹਨਾਂ ਨੂੰ ਹੈਂਡਓਵਰ ਕਰ ਦਿੱਤੀ ਸੀਗੀ ਤੇ ਨਾ ਇਸ ਗੱਲ ਦਾ ਮੈਨੂੰ ਪਤਾ ਲੱਗਿਆ ਮੇਰੀ ਬੇਟੀ ਕਿੱਥੇ ਗਈ ਹੈ ਕਿੱਥੇ ਨਹੀਂ ਗਈ। ਫਿਰ ਅਸੀਂ ਉਹਨਾਂ ਦੇ ਉਸ ਆਰਡਰ ਦੇ ਅਗੇਂਸਟ ਹਾਈ ਕੋਰਟ ਦੇ ਵਿੱਚ ਅਪੀਲ ਪਾਈ ਸੀਗੀ। ਹਾਈ ਕੋਰਟ ਨੇ ਹੁਣ ਇਹ ਫੈਸਲਾ ਮੇਰੇ ਹੱਕ ਦੇ ਵਿੱਚ ਕਰ ਦਿੱਤਾ ਹੈ ਤੇ ਮੈਂ ਹਾਈ ਕੋਰਟ ਦਾ ਬਹੁਤ ਜ਼ਿਆਦਾ ਧੰਨਵਾਦ ਕਰਦਾ ਹਾਂ। ਤੇ ਜੋ ਤੁਸੀਂ ਦੇਖ ਰਹੇ ਹੋ ਕਿ ਬੇਟੀ ਰੋ ਰਹੀ ਹੈ, ਕੁਲਰਾ ਰਹੀ ਹੈ, ਤੁਸੀਂ ਦੇਖ ਸਕਦੇ ਹੋ ਮੇਰੀ ਬੇਟੀ ਮੇਰੇ ਕੋਲ ਬਹੁਤ ਖੁਸ਼ ਹੈ। ਪਹਿਲਾਂ ਵੀ ਮੇਰੇ ਕੋਲ ਹੀ ਰਹਿੰਦੀ ਸੀਗੀ ਮੇਰੀ ਬੇਟੀ ਤੇ ਬਾਕੀ ਸਕੂਲ ਦੀ ਫੀਸ ਵਗੈਰਾ ਸਭ ਕੁਝ ਮੈਂ ਹੀ ਪੇਡ ਕਰ ਰਿਹਾ। ਜੋ ਕੁਛ ਇਹ ਕਹਿਲਾ ਰਹੇ ਨੇ ਬੇਟੀ ਤੋਂ ਵੀ ਇਹ ਤੰਗ ਆ, ਇਹ ਰੋ ਰਹੀ ਹੈ, ਸਭ ਕੁਝ ਇਹਨਾਂ ਨੇ ਪ੍ਰੈਸ਼ਰਾਈਜ਼ ਕਰਾ ਕੇ ਬੇਟੀ ਤੋਂ ਸਭ ਕੁਝ ਇਹ ਪ੍ਰੈਸ਼ਰਾਈਜ਼ ਦੇ ਵਿੱਚ ਬੁਲਾਇਆ ਗਿਆ ਹੈ ਮੇਰੀ ਬੇਟੀ ਤੋਂ। ਉਹਨਾਂ ਦੀਆਂ ਗੱਲਾਂ ਦੇ ਪਲੀਜ਼ ਕਿਰਪਾ ਕਰਕੇ ਤੁਸੀਂ ਧਿਆਨ ਨਾ ਦਿਓ। ਮੈਂ ਵੀ ਇੱਕ ਤੁਹਾਡੇ ਵਰਗਾ ਆਮ ਇਨਸਾਨ ਹਾਂ। ਇਹਨਾਂ ਨੇ ਸਾਡੇ ਨਾਲ ਬਹੁਤ ਧੱਕਾ ਕੀਤਾ। ਮੇਰੇ ਫਾਦਰ ਨੂੰ ਵੀ ਕਟਵਾਇਆ ਇਹਨਾਂ ਨੇ ਪੁਲਿਸ ਥਾਣੇ ਦੇ ਵਿੱਚ ਲਿਜਾ ਕੇ ਤੇ ਹੋਰ ਸਾਨੂੰ ਵੀ ਹੁਣ ਕਈ ਫੋਨ ਧਮਕੀ ਆ ਰਹੀਆਂ ਨੇ ਵੀ ਅਸੀਂ ਤੁਹਾਡੇ ਨਾਲ ਇਹ ਕਰਾਂਗੇ, ਅਸੀਂ ਤੁਹਾਨੂੰ ਮਾਰਾਂਗੇ, ਕੁੱਟਾਂਗੇ। ਬਹੁਤ ਜ਼ਿਆਦਾ ਧਮਕੀ ਆ ਰਹੀਆਂ ਨੇ ਸਾਨੂੰ। ਮੈਨੂੰ ਵੀ ਕਈ ਫੋਨ ਕਾਲਸ ਆ ਰਹੇ ਨੇ ਤੇ ਹੋ ਸਕਦਾ ਕਿ ਸਾਡੇ ਨਾਲ ਮਾਰ ਕੁੱਟ ਵੀ ਹੋ ਜਾਵੇ ਤੇ ਤੁਸੀਂ ਇਹਨਾਂ ਦਾ ਬੈਕਗਰਾਉਂਡ ਚੈੱਕ ਕਰ ਲਓ ਤੇ ਇਹ ਲੋਕ ਕੌਣ ਨੇ ਤੇ ਸਾਡਾ ਬੈਕਗਰਾਉਂਡ ਚੈੱਕ ਕਰ ਲਓ। ਅਸੀਂ ਇੱਕ ਸਿਰਫ ਆਮ ਤੇ ਸਧਾਰਨ ਨਾਗਰਿਕ ਹਾਂ ਤੁਹਾਡੇ ਤਰ੍ਹਾਂ
ਤੇ ਬਾਕੀ ਮੈਂ ਹਾਈ ਕੋਰਟ ਦਾ ਇੱਕ ਵਾਰ ਫੇਰ ਤੇ ਯਾਰਾਂ ਦੋਸਤਾਂ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇਸ ਮੁਸੀਬਤ ਦੀ ਘੜੀ ਦੇ ਵਿੱਚ ਮੇਰਾ ਸਾਥ ਦਿੱਤਾ। ਜਦ ਅਵਨੀਤ ਦੇ ਦਾਦੇ ਦਾਦੀ ਨਾਲ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਬੱਚੀ ਆਪਣੇ ਪਰਿਵਾਰ 'ਚ ਬਹੁਤ ਖੁਸ਼ ਹੈ ਤੇ ਉਸ ਨੂੰ ਹਰ ਚੀਜ਼ ਲੈ ਕੇ ਦਿੱਤੀ ਜਾ ਰਹੀ ਹੈ ਤੇ ਪੂਰਾ ਦਿਨ ਉਹ ਆਪਣੇ ਚਾਚੇ ਭੂਆ ਤੇ ਹੋਰ ਮੈਂਬਰਾਂ ਨਾਲ ਖੇਡਦੀ ਰਹਿੰਦੀ ਹੈ। ਮੇਰਾ ਨਾਮ ਸ੍ਰੀ ਜਗਵਿੰਦਰ ਸਿੰਘ ਹੈ ਜੀ। ਹਾਂਜੀ। ਇਹ ਮੇਰੀ ਪੋਤੀ ਹੈ ਜੀ, ਮੇਰੀ ਗੁੜੀਆ ਧੀਆਂ ਤੋਂ ਵੱਧ ਪਿਆਰੀ ਹੈ ਮੈਨੂੰ ਜੀ। ਇਹ ਜੋ ਵੀ ਵਾਇਰਲ ਖਬਰਾਂ ਨੇ ਬਿਲਕੁਲ ਗਲਤ ਨੇ ਜੀ। ਜਦੋਂ ਇਹ ਬੱਚੀ ਘਰੇ ਪੈਦਾ ਹੋਈ ਉਸ ਤੋਂ ਬਾਅਦ ਮੇਰੀ ਵਾਈਫ ਦੀ ਅਟੈਕ ਹੋ ਗਿਆ, ਡੈਥ ਹੋ ਗਈ ਤੇ ਉਸ ਤੋਂ ਬਾਅਦ ਸਾਨੂੰ ਇਹ ਪਾਲੀ ਰੈਗੂਲਰ ਸਾਡੇ ਘਰੇ ਰਹੀ। ਉਸ ਤੋਂ ਬਾਅਦ ਇਹਨੂੰ ਮੇਰੀ ਸਾਲੀ ਸਾਨੂੰ ਆ ਕੇ ਕਹਿੰਦੀ ਵੀ ਮੈਂ ਇਹਨੂੰ ਉੱਥੇ ਰੱਖ ਲਿਆ ਕਰਾਂਗੀ ਤੇ ਤੁਸੀਂ ਇਹਨੂੰ ਉੱਥੇ ਪੜ੍ਹਨ ਲਾ ਦਿਓ। ਮੇਰੇ ਬੇਟਾ ਆਰਮੀ ਦੇ ਵਿੱਚ ਲੱਗਿਆ ਹੋਇਆ, ਉਹਦੇ ਕਾਰਨ ਇਹਦੀ ਐਡਮਿਸ਼ਨ ਲੇਡੀ ਫਾਤਿਮਾ 'ਚ ਹੋ ਗਈ। ਬੱਚੀ ਸਾਡੀ ਆ ਗਈ ਕੋਰਟ ਦੇ ਵਿੱਚੋਂ, ਮਤਲਬ ਕੋਰਟ ਦੁਆਰਾ ਅਸੀਂ ਇਹ ਬੱਚੀ ਸਾਨੇ ਲਈ ਆ। ਅਸੀਂ ਕੋਰਟ ਦਾ ਬਹੁਤ ਦਿਲੋਂ ਧੰਨਵਾਦ ਕਰਦੇ ਹਾਂ, ਕੋਟੀ ਕੋਟੀ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਨੂੰ ਇਨਸਾਫ ਦਿਵਾਇਆ ਤੇ ਬੱਚੀ ਸਾਨੂੰ ਦਵਾਈ। ਬਹੁਤ ਖੁਸ਼ ਆ, ਆਨੰਦ ਲੈ ਰਹੀ ਹੈ ਬੱਚੀ। ਬੱਚੀ ਇਹ ਕਹਿੰਦੀ ਆ ਵੀ ਮੈਂ ਉੱਥੇ ਨਹੀਂ ਜਾਣਾ। ਉੱਥੇ ਦੇ ਜਿਹੜੇ ਉਹਨਾਂ ਦੇ ਰਿਸ਼ਤੇਦਾਰ ਨੇ, ਕੁੜੀਆਂ ਨੇ, ਉਹਨੂੰ ਇੱਥੇ ਤੱਕ ਕਹਿੰਦੀਆਂ ਰਹੀਆਂ ਨੇ ਵੀ ਹੁਣ ਤੂੰ ਹਲੇ ਘੱਟ ਰੋ, ਜਦੋਂ ਮੀਡੀਆ ਆਊਗਾ ਫੇਰ ਰੋਈ, ਹਲੇ ਤੂੰ ਥੱਕ ਜਾਏਗੀ। ਇਹ ਬੱਚੀ ਨੇ ਕਿਹਾ, ਮੇਰੀ ਨੇ ਆਣ ਕੇ ਤੁਹਾਨੂੰ ਦੱਸਿਆ? ਹਾਂਜੀ, ਆ ਕੇ ਗੱਲਾਂ ਦੱਸੀਆਂ ਨੇ। ਮਤਲਬ ਕਿੰਨੀ ਗਲਤ ਗੱਲ ਆ ਛੋਟੇ ਜਿਹੇ ਬੱਚੇ ਨੂੰ ਰਵਾਉਣਾ। ਜਦੋਂ ਆਈ ਆ ਉਹਦੀਆਂ ਐਡੀਆਂ ਐਡੀਆਂ ਅੱਖਾਂ ਸੁੱਜੀਆਂ ਪਈਆਂ ਸੀਗੀਆਂ, ਸਾਡੇ ਤੋਂ ਦੇਖਿਆ ਨਹੀਂ ਗਿਆ ਸੀ ਵੀ ਉਹਦੇ ਹਲੇ ਵੀ ਪ੍ਰੈਸ਼ਰ ਆ ਉੱਤੇ। ਉਹਨੂੰ ਇੰਨਾ ਡਰਾਇਆ ਗਿਆ, ਧਮਕਾਇਆ ਗਿਆ, ਗੰਦੀਆਂ ਗੱਲਾਂ ਉਹਨੂੰ ਸਿਖਾਉਂਦੇ ਆ। ਉਹਨੂੰ ਕੀ ਪੜ੍ਹਾਉਣਗੇ ਇਹ? ਯਾਨੀ ਕਿ ਬੱਚੇ ਨੂੰ ਪਾਗਲ ਹੋਣ ਵਾਲਾ ਕੰਮ ਕਰ ਰੱਖਿਆ ਉਹਨਾਂ ਨੇ। ਤੁਹਾਡੇ ਸਾਹਮਣੇ ਉਹ ਕਿਵੇਂ ਰੋ ਰਹੀ ਆ। 8-8.5 ਸਾਲ ਦੀ ਬੱਚੀ ਨੂੰ ਇੱਦਾਂ ਰਵਾਉਣਾ ਕਿੱਡਾ ਵੱਡਾ ਪਾਪ ਆ। ਧੀ ਨੂੰ ਰਵਾਉਣਾ, ਇਹ ਦੁਨੀਆ ਦੇਖ ਰਹੀ ਆ ਵੀ ਐਡੀ ਕੁ ਬੱਚੀ ਨੂੰ ਐਂ ਰਵਾਈਦਾ ਹੁੰਦਾ। ਉਹਨਾਂ ਨੇ ਕੋਈ ਨਹੀਂ ਪਾਲੀ। ਸਾਲ ਦੀਆਂ ਐਡਮਿਸ਼ਨਾਂ ਫੀਸਾਂ ਮੇਰਾ ਬੇਟਾ ਦੇ ਕੇ ਆਉਂਦਾ ਰਿਹਾ ਉਹਨਾਂ ਨੂੰ। ਉਹ ਤਾਂ ਇੱਕ ਗਾਈਡ ਦੇ ਤੌਰ ਤੇ ਉੱਥੇ ਲਿਖਾਇਆ ਸੀ ਪ੍ਰਿੰਸੀਪਲ ਨੇ ਵੀ ਤੂੰ ਇਹਦੀ ਗਾਈਡ ਆ। ਮੇਰੇ ਬੇਟੇ ਦਾ ਬਕਾਇਦਾ ਨਾਂ, ਆਧਾਰ ਕਾਰਡ ਸਾਡਾ ਇੱਥੇ ਬਣਿਆ, ਸਾਰੀ ਜਨਮ ਸਥਾਨ ਉਹਦਾ ਇੱਥੇ ਆ। ਉਹਨਾਂ ਨਾਲ ਇਹਦਾ ਕੋਈ ਲਿੰਕ ਨਹੀਂ। ਤੁਸੀਂ ਜਾ ਕੇ ਚੈੱਕ ਕਰ ਲਓ। ਇਹਦੇ ਨਾਲ ਵਧੀਆ ਪਾਲਿਸੀਆਂ ਹੋਈਆਂ ਨੇ, ਇੰਨੀਆਂ ਪਾਲਿਸੀਆਂ ਨੇ, ਲੱਖਾਂ ਰੁਪਏ ਦੀਆਂ ਪਾਲਿਸੀਆਂ ਨੇ। ਤੁਸੀਂ ਪੈਸਾ ਹੀ ਆ, ਇਹ ਪੈਸੇ ਹੀ ਦੇਖ ਰਹੇ ਨੇ ਉਹ ਵੀ ਸਾਨੂੰ ਪੈਸਾ ਮਿਲੇ। ਜਦੋਂ ਵੱਡੀ ਹੋ ਜੂਗੀ ਵੀ ਸਾਡੇ ਕੋਲ ਪੈਸਾ ਰਹਿ ਜਾਊਗਾ। ਤੇ ਚਲੋ ਹੁਣ ਹਾਈ ਕੋਰਟ ਨੇ ਜਿਹੜਾ ਫੈਸਲਾ ਦੱਸਿਆ ਉਹਦਾ ਅਸੀਂ ਹੱਥ ਬੰਨ੍ਹ ਕੇ ਦਿਲੋਂ ਧੰਨਵਾਦ ਕਰਦੇ ਹਾਂ ਵੀ ਬਹੁਤ ਹੀ ਸਾਡੇ ਹੱਕ ਦੇ ਵਿੱਚ ਇਨਸਾਫ ਦਿੱਤਾ। ਕਈ ਵਾਰ ਲਾਲਚ 'ਚ ਬੰਦਾ ਉਹ ਕੰਮ ਕਰ ਬੈਠਦਾ ਹੈ ਜਿਸ ਨਾਲ ਉਹ ਪੂਰੀ ਜ਼ਿੰਦਗੀ ਲਈ ਅਜਿਹਾ ਕਸੂਤਾ ਫਸ ਜਾਂਦਾ ਹੈ ਕਿ ਕੋਈ ਕਾਨੂੰਨ ਵੀ ਉਸ ਨੂੰ ਬਚਾ ਨਹੀਂ ਪਾਉਂਦਾ। ਸ਼ਾਇਦ ਅਜਿਹਾ ਹੀ ਕੁਝ ਹੋਵੇਗਾ ਇਸ ਬੱਚੀ ਤੇ ਧੱਕੇ ਨਾਲ ਹੱਕ ਜਤਾਉਣ ਵਾਲੇ ਰਿਸ਼ਤੇਦਾਰਾਂ ਨਾਲ, ਤੇ ਫਿਰ ਉਹਨਾਂ ਨੂੰ ਹੋਵੇਗਾ ਆਪਣੇ ਕੀਤੇ ਦਾ ਪਛਤਾਵਾ। ਬੱਚੀ ਵੀ ਗਈ, ਰਿਸ਼ਤੇਦਾਰ ਵੀ ਗਵਾਏ, ਤੇ ਜਿਹੜੀਆਂ ਲੋਕਾਂ ਦੀਆਂ ਗੱਲਾਂ ਸੁਣਨੀਆਂ ਪੈਣਗੀਆਂ ਉਹ ਅਲੱਗ, ਜੋ ਉਹਨਾਂ ਦਾ ਜਿਉਣਾ ਔਖਾ ਕਰ ਦੇਣਗੀਆਂ। ਹਕੀਕਤ ਟੀਵੀ ਪੰਜਾਬੀ ਲਈ ਸੰਗਰੂਰ ਤੋਂ ਮਨਿੰਦਰ ਸਿੰਘ ਦੀ ਰਿਪੋਰਟ।